ਅਣ ਖਿੜਿਆ ਅਣ ਮਹਿਕਿਆ ਬਾਗ ਦੁਨੀ ਦਾ ਫੁੱਲ ਵਾਂਗ ਫਤਾਸੇ ਸਾਗਰ ਦੇ ਵਿੱਚ ਪੈਂਦਾ ਈ ਗਿਆ ਘੁੱਲ ਸੁੰਦਰ ਸ਼ੈਲ ਸੁਜੀਲੇ ਮੋਹਣ ਨੈਣ ਨਕਸ਼ ਨੇ ਕੁੱਲ ਮਾਪੇ ਸਾਕ ਸੰਬੰਧੀ ਸਾਰੇ ਕਿਵੇਂ ਜਾਣਗੇ ਭੁੱਲ। ਸੋ ਦੋਸਤੋ ਇਹ 17 ਸਨ ਸਾਥੀ ਲੁਧਿਆਣਵੀ ਜੀ ਦੀਆਂ। ਤੋ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਨਾਮ ਹੈ ਗਿਆਨੀ ਮੋਹਨ ਸਿੰਘ, ਜੋ ਕਿ ਕੁਦਰਤ ਦੇ ਕਵੀ ਸਨ ਤੇ ਜੋ 5 ਮਾਰਚ 1947 ਨੂੰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ, ਤੇ ਉਹਨਾਂ ਬਾਰੇ ਇਹ ਪ੍ਰੋਗਰਾਮ ਜਿਹੜਾ ਹੈ ਅੱਜ ਅਸੀਂ ਕਰ ਰਹੇ ਹਾਂ, ਤਾਂ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ। ਤੋ ਇਹ ਮੈਂ ਤੁਹਾਨੂੰ ਕਿਤਾਬ ਦਿਖਾਵਾਂਗਾ ਜੋ ਮੇਰੇ ਹੱਥ ਦੇ ਵਿੱਚ ਕਿਤਾਬ ਹੈ, ਤੇ ਇਸ ਦਾ ਨਾਮ ਹੈ ਸਰਹੰਦ ਕੰਢੇ। ਤੇ ਇਹ ਕਿਤਾਬ ਮੋਹਨ ਸਿੰਘ ਵੱਲੋਂ ਲਿਖੀ ਗਈ ਹੈ। ਤੋ ਇਹ ਉਹਨਾਂ ਦੀ ਤਸਵੀਰ ਹੈ ਮੋਹਨ ਸਿੰਘ ਉਹਨਾਂ ਦੀ, ਤੇ ਬੜੀ ਛੋਟੀ ਉਮਰ ਸੀ ਇਹਨਾਂ ਦੀ, ਸਿਰਫ 18 ਸਾਲ। ਤੇ ਇਹਨਾਂ ਦਾ ਜਨਮ ਪਿੰਡ ਕੁੱਬਾ ਦੇ ਵਿੱਚ ਹੋਇਆ ਸੀ। ਤੇ ਇਹਨਾਂ ਦਾ ਜਿਹੜਾ ਜਨਮ ਹੈ, ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਭਾਨ ਸਿੰਘ ਅਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਬਸੰਤ ਕੌਰ ਸੀ। ਸੋ 5 ਜੁਲਾਈ 1929 ਨੂੰ ਇਹਨਾਂ ਦਾ ਜਨਮ ਹੋਇਆ ਤੇ ਬੜੀ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। 8ਵੀਂ 'ਚ ਪੜ੍ਹਦੇ ਸਨ। ਤੋਂ ਮੁੱਢਲੀ ਪੜ੍ਹਾਈ ਪਿੰਡ ਕੁੱਬੇ ਤੋਂ ਕੀਤੀ ਤੇ ਫਿਰ ਕਟਾਣੀ ਤੋਂ ਕੀਤੀ ਤੇ ਫਿਰ ਜਸਪਾਲੋਂ। ਸੋ ਇਸ ਤਰ੍ਹਾਂ ਇਹ 10ਵੀਂ ਕਰਨ ਤੋਂ ਉਪਰੰਤ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਚਲੇ ਗਏ। ਤੇ ਕਵਿਤਾ ਲਿਖਣ ਦਾ ਸ਼ੌਕ ਸੀ, ਕੁਦਰਤ ਨੂੰ ਪਿਆਰ ਕਰਦੇ ਸਨ। ਇਹਨਾਂ ਦੀਆਂ ਜਿਹੜੀਆਂ ਜ਼ਿਆਦਾ ਕਵਿਤਾਵਾਂ ਨੇ ਉਹ ਕੁਦਰਤ ਬਾਰੇ ਹੀ ਹਨ। ਜਦੋਂ ਇੱਕ ਵੱਖਰੇ ਦੇਸ਼ ਦੀ ਗੱਲ ਚੱਲਣ ਲੱਗੀ ਤਾਂ ਇਹ ਜਿਹੜੀ ਵਿਦਿਆਰਥੀਆਂ ਦਾ ਜਿਹੜਾ ਇਕੱਠ ਸੀ, ਇੱਕ ਗਰੁੱਪ ਸੀ, ਮਤਲਬ ਉਹ ਇਸ ਤਰ੍ਹਾਂ ਸੋਚਦਾ ਸੀ ਕਿ ਧਰਮ ਦੇ ਆਧਾਰ ਤੇ ਮੁਲਕ ਨੂੰ ਵੰਡਣਾ ਜਾਂ ਆਪਸੀ ਭਾਈਚਾਰੇ ਨੂੰ ਵੰਡਣਾ ਗਲਤ ਹੈ। ਲੇਕਿਨ ਜੋ ਜਨੂਨੀ ਲੋਕ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਤੇ ਜਿਸ ਦਿਨ ਇਹ ਦਰਬਾਰ ਸਾਹਿਬ ਗਏ ਤੇ ਉੱਥੇ ਸ਼ਾਇਦ ਕੋਈ ਭਾਸ਼ਣ ਵਗੈਰਾ ਜਾਂ ਦਿੱਤਾ ਹੋਣਾ ਜਾਂ ਬੋਲੇ ਹੋਣੇ ਆ, ਤਾਂ ਪਤਾ ਨਹੀਂ ਕਿਉਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ। ਤੇ ਜਦੋਂ ਇਹ ਵਾਪਸ ਸਵੇਰੇ ਤੇ ਖਾਲਸਾ ਕਾਲਜ ਵੱਲ ਨੂੰ ਆ ਰਹੇ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ, ਤਾਂ ਹਾਲ ਬਾਜ਼ਾਰ ਅੰਮ੍ਰਿਤਸਰ ਦੇ ਵਿੱਚ ਹੀ ਤੋਂ ਕੁਝ ਲੋਕ ਜਿਹੜੇ ਇਹਨਾਂ ਦੀ ਉਡੀਕ ਦੇ ਵਿੱਚ ਘਾਤ ਲਗਾ ਕੇ ਬੈਠੇ ਸਨ, ਤੋਂ ਇਹਨਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਛੁਰਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨੂੰ ਸਮਰਪਿਤ ਹੈ। ਸੋ ਦੋਸਤੋ 1947 ਦੇ ਜਿਹੜੇ ਦੰਗੇ ਹੋਏ, ਬੜੀਆਂ ਦੁੱਖਦਾਈ ਘਟਨਾਵਾਂ ਉਹਨਾਂ ਬਾਰੇ ਹਮੇਸ਼ਾ ਅਸੀਂ ਸੁਣਦੇ ਰਹਿੰਦੇ ਹਾਂ। ਬੜੀਆਂ ਕਿਤਾਬਾਂ ਲਿਖੀਆਂ ਗਈਆਂ, ਬੜੀਆਂ ਪੁਸਤਕਾਂ ਲਿਖੀਆਂ ਗਈਆਂ, ਲੇਕਿਨ ਜਿਹੜਾ ਇਹ ਇੱਕ ਦੁਖਾਂਤ ਸੀ, ਇਹ ਬਹੁਤ ਵੱਡਾ ਦੁਖਾਂਤ ਸੀ। ਇੱਕ ਸ਼ਾਇਰ ਦਾ ਚੜ੍ਹਦੀ ਉਮਰ ਦੇ ਵਿੱਚ ਕਤਲ ਹੋ ਜਾਣਾ, ਜਦੋਂ ਉਹਨਾਂ ਨੇ ਹਾਲਾਂਕਿ ਗਿਣਤੀ ਦੀਆਂ ਕਵਿਤਾਵਾਂ ਇਹ ਲਿਖੀਆਂ ਸਨ, ਭਾਈ ਵੀਰ ਸਿੰਘ ਤੋਂ ਕਾਫੀ ਪ੍ਰਭਾਵਿਤ ਸਨ। ਸੋ ਜਦੋਂ ਮੈਂ ਇਸ ਕਿਤਾਬ ਦੀ ਗੱਲ ਕਰਦਾ ਹਾਂ ਤਾਂ ਇਸ ਕਿਤਾਬ ਦਾ ਜਿਹੜਾ ਮੁੱਖ ਬੰਦ ਹੈ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦਾ ਲਿਖਿਆ ਹੋਇਆ ਹੈ। ਸੋ ਇਸੇ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਵਿਚਾਰ ਹਨ ਤੇ ਗੁਰਮੇਲ ਸਿੰਘ ਬੋਪਾ ਰਾਏ ਉਹਨਾਂ ਦੇ ਵੀ ਇਸ ਦੇ ਵਿੱਚ ਵਿਚਾਰ ਹਨ। ਸੋ ਕਾਫੀ ਜਾਣਿਆ ਪਛਾਣਿਆ ਕਵੀ ਸੀ। ਤਾਂ ਮੈਂ ਉਹਨਾਂ ਦੀਆਂ ਜਿਹੜੀਆਂ ਇੱਕ ਦੋ ਕਵਿਤਾਵਾਂ ਸਾਂਝੀਆਂ ਕਰਕੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਕੰਢੇ ਤੇਰੇ ਨੀ ਸਰਹੰਦੇ ਬਾਲ ਪੁਣੇ ਵਿੱਚ ਖੇਲੇ, ਸ਼ੋਅ ਤੇਰੀ ਤੋਂ ਮਸਤੀ ਲੈ ਕੇ ਹੋ ਬੈਠੇ ਅਲਬੇਲੇ, ਲਹਿਰਾਂ ਨਾਚ ਤਕਾ ਕੇ ਸਖੀਏ, ਮਾਣ ਵਾਵਾਂ ਮਦ ਭਰੀਆਂ, ਗੀਤ ਅਨੋਖੇ ਨਹੀਂ ਜਦ ਗਾਏ, ਨਾ ਭੁੱਲਦੇ ਉਹ ਵੇਲੇ। ਸੋ ਦੋਸਤੋ ਇਹ ਨਹਿਰ ਸਰਹੰਦ ਦੇ ਕੰਢੇ, ਕਿਉਂਕਿ ਇਸ ਦਾ ਨਾਂ ਤੋਂ ਹੀ ਜਿਵੇਂ ਹੈ ਕਿ ਸਰਹੰਦ ਕੰਢੇ ਕਿਤਾਬ ਦਾ ਨਾਂ ਹੈ। ਸੋ ਸਰਹੰਦ ਇੱਕ ਨਹਿਰ ਹੈ ਜੋ ਪਿੰਡ ਕੁੱਬੇ ਦੇ ਨਾਲ ਨਾਲ ਵਗਦੀ ਹੈ, ਤੋਂ ਉਸ ਏਰੀਏ ਦੇ ਵਿੱਚ। ਸੋ ਉੱਥੋਂ ਦੇ ਜਿਹੜਾ ਦ੍ਰਿਸ਼ ਵਰਣਨ ਹੈ, ਉੱਥੋਂ ਦਾ ਜਿਹੜਾ ਆਲਾ ਦੁਆਲਾ ਹੈ, ਤਾਂ ਉਸ ਨੂੰ ਇਹਨਾਂ ਕਵਿਤਾਵਾਂ ਦੇ ਵਿੱਚ ਚਿੱਤਰਿਆ ਗਿਆ ਹੈ। ਸੋ ਅੱਗੇ ਇੱਕ ਕਵਿਤਾ ਹੈ, ਕੰਢੇ ਤੇਰੇ ਜਦ ਸੋਹਣੀਏ ਰਹੇ ਵਸਦੇ, ਰਿਹਾ ਵਸਦਾ ਨਾਲ ਜਹਾਨ ਮੇਰਾ, ਜਦੋਂ ਉਜੜੇ ਛੱਡ ਕੇ ਸਾਥ ਤੇਰਾ, ਔਖਾ ਹੋ ਗਿਆ ਵਕਤ ਲੰਘਾਣ ਮੇਰਾ, ਵਾਹਵਾਂ ਰੁਮਕਦੀਆਂ ਯਾਦ ਆਉਂਦੀਆਂ ਨੇ, ਸਖੀਏ ਜਾਂਦੀਆਂ ਸੀਨਾ ਉਹ ਸ਼ਾਨ ਮੇਰਾ, ਜਦੋਂ ਛਣਕ ਦੇ ਲਹਿਰਾਂ ਦੇ ਵੇਗ ਤੇਰੇ, ਲੱਗ ਜਾਂਦਾ ਏ ਦਿਲ ਕੁਰਲਾਣ ਮੇਰਾ। ਸੋ ਦੋਸਤੋ ਇਹ ਸਨ ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ। 1947 ਤੋਂ ਬਾਅਦ ਭਾਵੇਂ ਉਸਦੇ ਮਾਪਿਆਂ ਨੇ, ਉਸਦੇ ਸਕੇ ਸੰਬੰਧੀਆਂ ਨੇ, ਉਸਦੇ ਪਿੰਡ ਵਾਸੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਕੋਈ ਯਾਦ ਬਣਾਈ ਜਾ ਸਕੇ, ਲੇਕਿਨ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਹੈ। ਸੋ ਜੋ ਬੰਦੇ ਇਤਿਹਾਸ ਲਿਖਦੇ ਹਨ ਜਾਂ ਜੋ ਬੰਦੇ
1947 ਦੇ ਦੰਗਿਆਂ ਬਾਰੇ ਲਿਖਦੇ ਹਨ। ਤਾਂ ਇੱਕ ਬੜੀ ਹੀ ਦਰਦਨਾਕ ਕਹਾਣੀ ਹੈ, ਸੋ ਜਿਸ ਨੂੰ ਬਿਆਨਣਾ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇਹ ਗਿਆਨੀ ਮੋਹਨ ਸਿੰਘ ਨੂੰ ਸਮਰਪਿਤ ਕਰ ਰਹੇ ਹਾਂ, ਜੋ ਬੜੀ ਛੋਟੀ ਉਮਰ ਦੇ ਵਿੱਚ ਭਾਵ 5 ਮਾਰਚ 1947 ਨੂੰ ਕਤਲ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਸੋ ਦੋਸਤੋ, ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਤੇ ਤੁਹਾਡੇ ਬਹੁਤ ਸਾਰੇ ਜਿਹੜੇ ਕਾਲਸ ਨੇ ਉਹ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਆਉਂਦੇ ਨੇ, ਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਗੱਲਾਂ ਕਰੀਏ ਤੋਂ ਜਿਹੜੀਆਂ ਤੁਸੀਂ ਸਾਨੂੰ ਸੁਝਾਈਆਂ ਨੇ, ਜਾਂ ਜਿਹੜੇ ਸਾਨੂੰ ਸੁਝਾਅ ਦਿੱਤੇ ਨੇ। ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲੇਕਿਨ ਹਰਜੀਤ ਸਿੰਘ ਦਿਓਲ ਸਾਹਿਬ, ਉਹਨਾਂ ਨੇ ਸਾਨੂੰ ਇੱਕ ਲਿਖਤੀ ਸੁਨੇਹਾ ਭੇਜਿਆ ਹੈ, ਤਾਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਜਿਹੜੇ ਮੈਗਜ਼ੀਨਾਂ ਦੇ ਸੰਪਾਦਕ ਸਨ ਉਹ ਬੜੀ ਪੁਣ-ਛਾਣ ਕਰਨ ਤੋਂ ਬਾਅਦ ਜਿਹੜੇ ਰਚਨਾ ਉਹ ਮੈਗਜ਼ੀਨਾਂ ਛਾਪਦੇ ਸਨ। ਲੇਕਿਨ ਹੁਣ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਹੈ ਤਾਂ ਕੱਚੀਆਂ ਪਿੱਲੀਆਂ ਰਚਨਾਵਾਂ ਨੇ ਜਿਹੜੀਆਂ, ਸਸਤੀ ਕਿਸਮ ਦੀ ਜਿਹੜੀ ਸ਼ੋਹਰਤ ਹੈ, ਉਸ ਲਈ ਇਕੱਲੇ ਲੇਖਕ ਨਹੀਂ, ਹਰ ਤਰ੍ਹਾਂ ਦਾ ਬੰਦਾ ਜਿਹੜਾ ਹੈ ਕੁਛ ਨਾ ਕੁਛ ਸੋਸ਼ਲ ਮੀਡੀਆ 'ਤੇ ਲਿਖ ਕੇ ਜਾਂ ਫਿਲਮਾਂ ਬਣਾ ਕੇ ਪਾਈ ਜਾ ਰਿਹਾ ਹੈ। ਸੋ ਦੋਸਤੋ, ਹਰ ਚੀਜ਼ ਦੇ ਨਫੇ ਵੀ ਹੁੰਦੇ ਨੇ, ਨੁਕਸਾਨ ਵੀ ਹੁੰਦੇ ਨੇ। ਸੋਸ਼ਲ ਮੀਡੀਆ ਨੇ ਜਿੱਥੇ ਸਾਡੇ ਸਬੰਧਾਂ ਨੂੰ ਬਹੁਤ ਪੀੜਾ ਕੀਤਾ ਹੈ, ਬਹੁਤ ਪੁਰਾਣੇ ਰਿਸ਼ਤਿਆਂ ਨੂੰ ਨੇੜੇ ਲੈ ਕੇ ਆਂਦਾ ਹੈ, ਤਾਂ ਉੱਥੇ ਇਸ ਨੇ ਇੱਕ ਆਮ ਮਨੁੱਖ ਨੂੰ ਚਾਂਸ ਦਿੱਤਾ ਹੈ, ਜਿਸ ਨੂੰ ਕਈ ਵਾਰ ਧੜੇਬੰਦੀਆਂ, ਗਰੁੱਪਿਜ਼ਮ ਜਾਂ ਕਈ ਗੱਲਾਂ ਕਰਕੇ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ। ਸੋ ਉਹ ਬੰਦਾ ਜਿਹੜਾ ਹੈ ਸੋਸ਼ਲ ਮੀਡੀਆ 'ਤੇ ਆਪਣੀ ਰਚਨਾ ਵੀ ਪੇਸ਼ ਕਰ ਸਕਦਾ ਹੈ, ਆਪਣੀ ਗੱਲ ਵੀ ਕਰ ਸਕਦਾ ਹੈ, ਜੋ ਉਸ ਨੂੰ ਚੰਗਾ ਲੱਗਦਾ ਉਹ ਪੇਸ਼ ਕਰ ਸਕਦਾ ਹੈ। ਸੋ ਇਹ ਜਿਹੜੀ ਸਾਡੀ ਬੋਲਣ ਦੀ, ਗੱਲ ਕਰਨ ਦੀ ਜਿਹੜੀ ਆਜ਼ਾਦੀ ਹੈ, ਤਾਂ ਉਸ ਦੇ ਵਿੱਚ ਜਿੱਥੇ ਸਹਾਈ ਹੁੰਦਾ ਹੈ, ਤਾਂ ਵੱਡੀਆਂ ਵੱਡੀਆਂ ਇਲੈਕਸ਼ਨਾਂ, ਵੱਡੇ ਵੱਡੇ ਸੰਘਰਸ਼ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਬਗੈਰ ਨਹੀਂ ਲੜੇ ਜਾ ਸਕਦੇ, ਤਾਂ ਉੱਥੇ ਇਸ ਦਾ ਸਾਨੂੰ ਫਾਇਦਾ ਵੀ ਹੈ। ਸੋ ਦੋਸਤੋ, ਅਸੀਂ ਇਹ ਦੇਖਣਾ ਹੋਵੇਗਾ, ਇਹ ਛਾਨਣਾ ਜੋ ਪਹਿਲਾਂ ਸੰਪਾਦਕ ਲਾਉਂਦੇ ਸੀ, ਉਹ ਅਸੀਂ ਦੇਖਣਾ ਹੋਵੇਗਾ ਕਿ ਅਸੀਂ ਕੀ ਪੜ੍ਹਨਾ ਹੈ, ਕੀ ਛੱਡਣਾ ਹੈ, ਕਿਹੜੀ ਚੀਜ਼ ਪੜ੍ਹਨ ਯੋਗ ਹੈ, ਕਿਹੜੀ ਨਹੀਂ। ਸੋ ਜਿਹੜਾ ਮਨੁੱਖ ਅੱਜ ਦੇ ਸਮੇਂ ਵਿੱਚ ਇਹ ਚੋਣ ਨਹੀਂ ਕਰ ਸਕਦਾ, ਤਾਂ ਇੱਕ ਤਾਂ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ, ਤੇ ਇੱਕ ਜਿਹੜਾ ਹੈਗਾ ਹੈ ਤਾਂ ਮਨੁੱਖੀ ਜਿਹੜਾ ਵਕਤ ਹੈ ਬੜਾ ਹੀ ਕੀਮਤੀ ਹੈ, ਜ਼ਿੰਦਗੀ ਜਿਹੜੀ ਬੜੀ ਛੋਟੀ ਹੈ। ਸੋ ਇਸੇ ਤਰ੍ਹਾਂ ਧੜਾ ਧੜ ਭਾਵੇਂ ਜਿਵੇਂ ਕਿਤਾਬਾਂ ਆ ਰਹੀਆਂ ਨੇ, ਤੇ ਹਰ ਕਿਤਾਬ ਅਸੀਂ ਦੇਖਣੀ ਹੁੰਦੀ ਹੈ ਕਿ ਇਹ ਕਿਤਾਬ ਪੜ੍ਹਨ ਯੋਗ ਹੈ ਕਿ ਨਹੀਂ। ਇਸੇ ਤਰ੍ਹਾਂ ਸੋਸ਼ਲ ਮੀਡੀਆ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਦੇਖਣਾ ਹੁੰਦਾ ਹੈ ਕਿ ਸਾਡੀ ਨਿਗਾਹ ਨੇ ਕਿੱਥੇ ਅਟਕਣਾ ਹੈ, ਕਿਹੜੀ ਰਚਨਾ ਹੈ, ਜਾਂ ਕਿਹੜਾ ਆਰਟੀਕਲ ਹੈ, ਜਾਂ ਕਿਹੜੀ ਲਿਖਤ ਹੈ, ਜਿਸ 'ਤੇ ਜਿਹੜਾ ਆਪਣਾ ਕੀਮਤੀ ਸਮਾਂ ਅਸੀਂ ਲਾਉਣਾ ਹੈ। ਸੋ ਦਿਓਲ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਅਤੇ ਸਾਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ, ਅਤੇ ਇਹ ਜਿਹੜਾ ਇਸ ਚੀਜ਼ ਦਾ ਚੰਗਾ ਪੱਖ ਹੈ ਉਸ ਨੂੰ ਅਪਣਾਉਣਾ ਪਵੇਗਾ। ਸੋ ਦੋਸਤੋ, ਪ੍ਰੋਗਰਾਮ ਨੂੰ ਅੱਗੇ ਤੋਰਨ ਤੋਂ ਪਹਿਲਾਂ ਤੋਂ ਮੈਂ ਇੱਕ ਸੋਗ ਸੰਦੇਸ਼ ਵੀ ਸਾਂਝਾ ਕਰ ਲੈਣਾ ਚਾਹੁੰਦਾ ਹਾਂ ਕਿ ਬੀਬੀ ਪ੍ਰੀਤਮ ਕੌਰ, ਸ਼੍ਰੀਮਤੀ ਪ੍ਰੀਤਮ ਕੌਰ, ਜੋ ਰਿਸ਼ਤੇ ਵਿੱਚ ਮੇਰੇ ਭੂਆ ਜੀ ਸਨ, ਤੋਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਗਿਆਨੀ ਮੋਹਨ ਸਿੰਘ ਜੀ, ਤਾਂ ਉਹਨਾਂ ਦੇ ਵੱਡੇ ਭੈਣ ਜੀ ਸਨ। ਸੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਤੋਂ ਅਸੀਂ ਅਦਾਰਾ ਜਿਹੜਾ ਹੈ ਸੁਮੇਲ, ਉਹਦੇ ਵੱਲੋਂ, ਅਤੇ ਜਿੰਨੇ ਵੀ ਸਕੇ ਸੰਬੰਧੀ ਅਤੇ ਰਿਸ਼ਤੇਦਾਰ ਨੇ, ਉਹਨਾਂ ਸਾਰਿਆਂ ਵੱਲੋਂ ਪਰਿਵਾਰ ਨਾਲ ਅਤੇ ਜਿੰਨੇ ਵੀ ਉਹਨਾਂ ਦੇ ਨਜ਼ਦੀਕੀ ਸਨ ਉਹਨਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋ ਦੋਸਤੋ, 8 ਮਾਰਚ ਜੋ ਹੈ ਉਹ ਮਹਿਲਾ ਦਿਵਸ ਹੈ, ਤਾਂ ਤੁਸੀਂ ਸਾਰੇ ਜਾਣਦੇ ਹੋ, ਅਤੇ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ। ਸੋ ਦੋਸਤੋ, 1909 ਦੇ ਵਿੱਚ ਅਮਰੀਕਾ ਦੇ ਵਿੱਚ ਔਰਤਾਂ ਦੇ ਸੰਗਠਨ ਨੇ ਇੱਕ ਕਾਨਫਰੰਸ ਕਰਾਈ, ਜਿਸ ਦੇ ਵਿੱਚ ਕੁਛ ਔਰਤਾਂ ਨੇ ਜਿਹੜੀਆਂ ਲੀਡਰ ਕਿਸਮ ਦੀਆਂ ਔਰਤਾਂ ਸੀ, ਉਹ ਉਹਦੇ ਵਿੱਚ ਸ਼ਾਮਲ ਹੋਈਆਂ। ਤਾਂ ਉਹਨਾਂ ਨੇ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ। ਸੋ ਕੋਈ ਸਮਾਂ ਸੀ, ਤੁਹਾਨੂੰ ਪਤਾ ਹੋਵੇਗਾ, ਕਿ ਔਰਤਾਂ ਨੂੰ ਨਾ ਤਾਂ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਸੀ, ਤਾਂ ਨਾ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਸੀ, ਤਾਂ ਬਹੁਤ ਸਾਰੇ ਜਿਹੜੇ ਹੱਕ ਸੀ ਉਹਨਾਂ ਤੋਂ ਉਹਨਾਂ ਨੂੰ ਵਿਰਵੇ ਰੱਖਿਆ ਗਿਆ ਸੀ। ਸੋ ਹੌਲੀ ਹੌਲੀ ਇਹ ਲਹਿਰ ਹੈ ਜਿਹੜੀ ਜ਼ੋਰ ਫੜਦੀ ਗਈ, ਅਤੇ ਫਿਰ ਜਿਹੜੀ ਅਗਲੀ ਮੀਟਿੰਗ ਜਰਮਨ ਦੇ ਵਿੱਚ ਹੋਈ, ਜੋ ਕਾਫੀ ਪ੍ਰਭਾਵਸ਼ਾਲੀ ਕਹੀ ਜਾਂਦੀ ਹੈ, ਤਾਂ ਜਿਹਦੇ ਵਿੱਚ ਦੁਨੀਆ ਦੇ ਹੋਰ ਮੁਲਕਾਂ ਦੇ ਔਰਤਾਂ ਖਾਸ ਕਰਕੇ ਜਿਹੜੀਆਂ ਲੀਡਰ ਸਨ ਉਹ ਵੀ ਸ਼ਾਮਲ ਹੋਈਆਂ, ਅਤੇ ਜਿਹੜੇ ਹੱਕਾਂ ਦੀ ਮੰਗ ਸੀ ਉਸਨੇ ਹੋਰ ਜ਼ੋਰ ਫੜ ਲਿਆ। ਸੋ ਦੋਸਤੋ, ਫਿਰ ਸੰਨ 1917 ਜਿਹੜੇ ਸਾਲ ਰੂਸ ਦੇ ਵਿੱਚ ਇਨਕਲਾਬ ਆਇਆ ਸੀ, ਸੋ ਉੱਥੇ
ਔਰਤਾਂ ਦਾ ਜਿਹੜਾ ਸੰਗਠਨ ਸੀ ਉਹਨੇ ਇੱਕ ਬਹੁਤ ਵੱਡਾ ਸੰਘਰਸ਼ ਵਿੱਢਿਆ, ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ। ਉਹ ਤਰੀਕ ਸੀ 8 ਮਾਰਚ 1917। ਸੋ ਇਹ ਔਰਤਾਂ ਬ੍ਰੈਡ ਭਾਵ ਜਿਹੜੀ ਸਾਡੀ ਖਾਣ ਦੀ ਗੱਲ ਹੈ, ਸਾਡੀ ਭੁੱਖ ਦੀ ਗੱਲ ਹੈ, ਤੇ ਜਾਂ ਸ਼ਾਂਤੀ ਦੀ ਗੱਲ ਹੈ, ਕਿਉਂਕਿ ਜਦੋਂ ਕਿਤੇ ਜੰਗ ਹੁੰਦੀ ਹੈ ਜਾਂ ਜਦੋਂ ਕੋਈ ਸੰਘਰਸ਼ ਲੜਿਆ ਜਾਂਦਾ ਹੈ ਤਾਂ ਜਿਹੜਾ ਸਭ ਤੋਂ ਵੱਧ ਸਫ਼ਰ ਕਰਦੀਆਂ ਨੇ, ਜਿਹੜਾ ਸਭ ਤੋਂ ਵੱਧ ਦੁਖਾਂਤ ਭੋਗਦੀਆਂ ਨੇ, ਉਹ ਔਰਤਾਂ ਹੀ ਭੋਗਦੀਆਂ ਨੇ, ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਪੁੱਤਰ, ਜਿਨ੍ਹਾਂ ਦੇ ਭਰਾ ਇਹਨਾਂ ਜੰਗਾਂ, ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਤਾਂ ਉਹ ਜਿਹੜਾ ਹੈਗਾ ਔਰਤਾਂ ਨੇ ਉੱਥੇ ਸੰਘਰਸ਼ ਕੀਤਾ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕੌਮਾਂਤਰੀ ਦਿਵਸ ਤੇ ਜਿਹੜਾ ਹੈਗਾ ਮਹਿਲਾ ਦਿਵਸ ਜਿਹੜਾ ਮਨਾਇਆ ਜਾਣ ਲੱਗਾ। ਸੋ ਅੱਜ ਅਸੀਂ ਭਾਵੇਂ ਇਸ ਦੌਰ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਔਰਤਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਉਸ ਲੈਵਲ ਤੇ ਹੋ ਰਿਹਾ ਹੈ। ਤਨਖਾਹਾਂ ਵੀ ਬਰਾਬਰ ਹਨ। ਜੇ ਬੰਦਾ ਜਹਾਜ਼ ਚਲਾ ਸਕਦਾ ਔਰਤ ਵੀ ਚਲਾ ਸਕਦੀ ਹੈ, ਤੇ ਜੌਬਾਂ ਦੇ ਵਿੱਚ ਵੀ ਕੋਈ ਐਡਾ ਖਾਸ ਵਿਤਕਰਾ ਨਹੀਂ ਦੇਖਣ ਨੂੰ ਮਿਲਦਾ। ਲੇਕਿਨ ਅੱਜ ਦੀ ਜਿਹੜੀ ਔਰਤ ਹੈ ਇਹਦਾ ਜਿਹੜਾ ਸ਼ੋਸ਼ਣ ਹੈ ਉਹ ਵੱਖਰੀ ਕਿਸਮ ਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਪੂੰਜੀਵਾਦ ਨੇ ਔਰਤ ਨੂੰ ਇੱਕ ਮੰਡੀ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ। ਜਦੋਂ ਜ਼ਗੀਰਦਾਰੀ ਦੌਰ ਹੁੰਦਾ ਸੀ ਉਦੋਂ ਔਰਤਾਂ ਨੂੰ ਇੱਕ ਜਾਇਦਾਦ ਵਾਂਗੂ ਸਮਝਿਆ ਜਾਂਦਾ ਸੀ, ਉਸ ਤੇ ਹੱਕ ਜਮਾਇਆ ਜਾਂਦਾ ਸੀ, ਉਸ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ ਸੀ, ਉਸ ਵੱਲ ਕਿਸੇ ਨੂੰ ਦੇਖਣ ਨਹੀਂ ਦਿੱਤਾ ਜਾਂਦਾ ਸੀ, ਤੇ ਉਹ ਘਰਾਂ ਦੇ ਅੰਦਰ ਕੈਦ ਕਿਚਨ ਦੇ ਵਿੱਚ ਕੰਮ ਕਰਦੀਆਂ ਤੇ ਜਾਂ ਫਿਰ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ। ਲੇਕਿਨ ਜਦੋਂ ਪੂੰਜੀਵਾਦ ਆਇਆ ਤਾਂ ਸਾਰਾ ਕੁਝ ਪੈਸੇ ਨਾਲ ਤੋਲਿਆ ਜਾਣ ਲੱਗਾ। ਸੋ ਔਰਤਾਂ ਨੂੰ ਇੱਕ ਨੁਮਾਇਸ਼ ਦੀ ਚੀਜ਼ ਬਣਾ ਕੇ ਪੇਸ਼ ਕੀਤਾ ਜਾਣ ਲੱਗਾ। ਸੋ ਤੁਸੀਂ ਦੇਖਦੇ ਹੋ ਤੁਹਾਡੇ ਆਲੇ ਦੁਆਲੇ, ਤੁਸੀਂ ਦੇਖਦੇ ਹੋ ਕਿ ਭਾਵੇਂ ਉਹ ਫਿਲਮਾਂ ਦੇ ਪੋਸਟਰ ਹੋਣ, ਭਾਵੇਂ ਜਿਹੜੇ ਕੋਈ ਪ੍ਰੋਡਕਟ ਨੇ ਉਹਨਾਂ ਦੀ ਮਸ਼ਹੂਰੀ ਹੋਵੇ, ਤੇ ਜਿਹੜਾ ਔਰਤ ਦਾ ਜਿਹੜਾ ਨੰਗੇਜ਼ ਹੈ, ਉਸਦਾ ਜਿਹੜਾ ਜਿਸਮ ਹੈ ਉਹ ਉਸ ਨੂੰ ਦਿਖਾਇਆ ਜਾਂਦਾ ਹੈ ਤਾਂ ਕਿ ਜਿਹੜਾ ਮਨੁੱਖ ਹੈ ਉਹਨੂੰ ਅਟਰੈਕਟ ਕੀਤਾ ਜਾ ਸਕੇ। ਕਿਉਂਕਿ ਪੂੰਜੀਵਾਦ ਅਜੇ ਵੀ ਇਹ ਸੋਚਦਾ ਹੈ ਕਿ ਜੋ ਬਾਇੰਗ ਪਾਵਰ ਹੈ ਉਹ ਬੰਦੇ ਦੇ ਹੱਥ 'ਚ ਹੈ, ਤਾਂ ਬੰਦੇ ਦੀ ਜਿਹੜੀ ਕਮਜ਼ੋਰੀ ਆ ਉਹ ਔਰਤ ਹੋ ਸਕਦੀ ਹੈ। ਤਾਂ ਉਸ ਕਰਕੇ ਜਿਹੜਾ ਹੈ ਉਹ ਔਰਤਾਂ ਨੂੰ ਕਾਫੀ ਘੱਟ ਕੱਪੜਿਆਂ ਨਾਲ ਇਸ ਤਰ੍ਹਾਂ ਦੇ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਤਾਂ ਮੈਂ ਸਮਝਦਾ ਹਾਂ ਕਿ ਅੱਜ 21ਵੀਂ ਸਦੀ ਦੇ ਵਿੱਚ ਜਿਹੜਾ ਔਰਤ ਦਾ ਇਸ ਕਿਸਮ ਦਾ ਸ਼ੋਸ਼ਣ ਹੈ ਉਹ ਹੋ ਰਿਹਾ ਹੈ। ਤਾਂ ਇਹ ਜਿਹੜਾ ਸ਼ੋਸ਼ਣ ਹੈ ਇਹਦੇ ਖਿਲਾਫ ਜਿਹੜੀ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰਨੀ ਸਾਡਾ ਹੱਕ ਬਣਦਾ ਹੈ। ਤੇ ਨਾਲ ਹੀ ਮੈਂ ਇਹ ਵੀ ਕਹਾਂਗਾ ਕਿ ਔਰਤਾਂ ਨੂੰ ਇਹ ਸਮਝਣਾ ਪਵੇਗਾ ਕਿ ਕੋਈ ਘੱਟ ਕੱਪੜੇ ਪਾਉਣਾ ਜਾਂ ਮਤਲਬ ਮਰਦਾਂ ਦੇ ਬਰਾਬਰ ਬੈਠ ਕੇ ਸ਼ਰਾਬ ਪੀਣਾ ਜਾਂ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਇਹ ਔਰਤ ਦੀ ਆਜ਼ਾਦੀ ਨਹੀਂ ਹੈ। ਸਾਨੂੰ ਇਹ ਦੇਖਣਾ ਪਵੇਗਾ ਕਿ ਕਿੱਥੇ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ, ਫਿਜ਼ੀਕਲੀ ਵਿਤਕਰਾ ਹੋ ਰਿਹਾ ਹੈ, ਮਾਨਸਿਕ ਤੌਰ ਤੇ ਵਿਤਕਰਾ ਹੋ ਰਿਹਾ ਹੈ, ਜਾਂ ਕੋਈ ਲਿੰਗ ਦਾ ਜਿਹੜਾ ਫਰਕ ਰੱਖ ਕੇ ਉਹਨੂੰ ਵਿਤਕਰਾ ਹੋ ਰਿਹਾ ਹੈ। ਤਾਂ ਉਹ ਸਾਨੂੰ ਸਮਝਣਾ ਪਵੇਗਾ। ਤਾਂ ਖਾਸ ਕਰਕੇ ਮੈਂ ਇਹੀ ਕਹਾਂਗਾ ਕਿ ਸਾਡੀਆਂ ਔਰਤਾਂ ਭੈਣਾਂ ਨੂੰ ਇਸ ਚੇਤ ਹੋਣ ਦੀ ਲੋੜ ਹੈ ਕਿ ਕਿਤੇ ਉਹਨਾਂ ਨੂੰ ਬਰਗਲਾ ਕੇ ਜਾਂ ਪੈਸੇ ਦਾ ਲਾਲਚ ਦੇ ਕੇ ਮਸ਼ਹੂਰੀਆਂ ਲਈ ਜਾਂ ਜਿਹੜਾ ਕਹਿ ਲਓ ਮਾਡਲਿੰਗ ਲਈ ਤਾਂ ਉਹਨਾਂ ਦਾ ਜਿਹੜਾ ਸ਼ੋਸ਼ਣ ਤਾਂ ਨਹੀਂ ਕੀਤਾ ਜਾ ਰਿਹਾ। ਸੋ ਇਹ ਚੀਜ਼ਾਂ ਨੂੰ ਦੋਸਤੋ ਸਮਝਣ ਦੀ ਜ਼ਰੂਰਤ ਹੋਵੇਗੀ। ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਜੇ ਅਸੀਂ ਅੱਜ ਵੀ ਔਰਤ ਦਿਵਸ ਮਨਾ ਰਹੇ ਹਾਂ ਤਾਂ ਔਰਤਾਂ ਨਾਲ ਕਿਤੇ ਨਾ ਕਿਤੇ ਧੱਕਾ ਜ਼ਰੂਰ ਹੋ ਰਿਹਾ ਹੈ, ਤੇ ਜਿਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬਣਦੀ ਹੈ। ਸੋ ਦੋਸਤੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਆਪਾਂ ਕੁਝ ਗੱਲਾਂ ਹੋਰ ਕਰਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖੋ ਵੱਖਰੇ ਵਿਸ਼ੇ ਨੇ ਜਿਹੜੇ ਉਹ ਵਿਚਾਰਦੇ ਹਾਂ। ਤੇ ਇੱਥੇ ਮੈਂ ਤੁਹਾਡੇ ਨਾਲ ਜਿਹੜਾ ਵਿਸ਼ਾ ਵਿਚਾਰਨਾ ਚਾਹੁੰਦਾ ਹਾਂ, ਤੇ ਮੈਂ ਦੇਖਦਾ ਹਾਂ ਕਿ ਦੁਨੀਆ ਦੇ ਵਿੱਚ ਭਾਵੇਂ ਤੁਸੀਂ ਭਾਰਤ ਦੇ ਵਿੱਚ ਹੋ ਰਿਹਾ ਕਿਸਾਨ ਸੰਘਰਸ਼ ਲੈ ਲਓ, ਭਾਵੇਂ ਤੁਸੀਂ ਦੂਸਰੇ ਮੁਲਕਾਂ ਦੇ ਵਿੱਚ ਚਲੇ ਜਾਓ, ਤੇ ਭਾਵੇਂ ਅਫਰੀਕਾ ਦੇ ਮੁਲਕ ਨੇ, ਭਾਵੇਂ ਸੀਰੀਆ ਹੈ, ਭਾਵੇਂ ਕਿਤੇ ਵੀ ਚਲੇ ਜਾਓ ਤੁਸੀਂ, ਤੇ ਇੱਕ ਜਿਹੜਾ ਹੈ ਉਹ ਅਪਰੈਸਟ ਜਾਂ ਕਹਿ ਲਓ ਇੱਕ ਅਸ਼ਾਂਤੀ ਜਿਹੜੀ ਹੈ ਉਹ ਹਰ ਪਾਸੇ ਤੁਹਾਨੂੰ ਵਿਖਾਈ ਦਿੰਦੀ ਹੈ। ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਮੌਜੂਦਾ ਮਨੁੱਖ ਹੈ, ਇਹ ਜਿਹੜਾ ਜੀਵਨ ਦਾ ਮਾਡਲ ਸਾਨੂੰ ਦਿੱਤਾ ਗਿਆ ਹੈ, ਕੁਝ ਕਾਰਪੋਰੇਟ ਘਰਾਣੇ ਜੋ ਕਾਬਜ਼ ਹੋ ਗਏ ਨੇ, ਤਾਂ ਉਹਨਾਂ ਕਰਕੇ ਜਿਹੜਾ ਸਾਡਾ ਜੀਵਨ ਹੈ ਉਹ ਦਿਨੋਂ ਦਿਨ ਨਿੱਘਰਦਾ ਜਾ ਰਿਹਾ ਹੈ। ਤਾਂ ਮਨੁੱਖ ਹੈ ਜਿਹੜਾ ਹੈਂਡ ਟੂ ਮਾਊਥ ਹੋ ਰਿਹਾ, ਜਿੰਨਾ ਕਮਾਉਂਦਾ ਉਹਨਾਂ ਉਹ ਖਾ ਲੈਂਦਾ, ਤੇ ਰਹਿਣ ਸਹਿਣ ਇੰਨਾ ਮਹਿੰਗਾ ਹੋ ਗਿਆ ਹੈ ਕਿ ਅੱਜ ਕੱਲ੍ਹ ਜਿਹੜੇ ਆਹ ਮੁਲਕ ਜਿਹੜੇ ਅਮੀਰ ਮੁਲਕ ਕਹੇ ਜਾਂਦੇ ਨੇ, ਸੋ ਇਹਨਾਂ ਦੇ ਵਿੱਚ ਇੱਕ ਮਨੁੱਖ ਲਈ ਘਰ ਬਣਾਉਣਾ ਵੀ ਬੜਾ ਮੁਸ਼ਕਲ ਹੋ ਗਿਆ। ਅਗਰ ਉਹ ਘਰ ਬਣਾ ਵੀ ਲੈਂਦਾ ਤਾਂ ਉਸੇ ਘਰ ਦੇ ਚੱਕਰ ਦੇ ਵਿੱਚ ਉਹ ਆਪਣੀ ਸਾਰੀ ਉਮਰ ਉਹਦੀਆਂ ਬਿੱਲ ਬੱਤੀਆਂ, ਉਹਦੀ ਮੌਰਗੇਜ ਪੇ ਕਰਨ ਲਈ ਲਗਾ ਦਿੰਦਾ ਹੈ। ਕੀ ਮਨੁੱਖ ਦੇ ਜੀਣ ਦਾ ਮਕਸਦ ਇਹੀ ਹੈ ਕਿ ਜਨਮ ਲੈਣਾ, ਖਾਣਾ ਪੀਣਾ ਤੇ ਫਿਰ ਮਰ ਜਾਣਾ? ਤਾਂ ਇਸ ਤਰ੍ਹਾਂ ਦਾ ਪਸ਼ੂ ਵੀ ਕਰਦੇ ਨੇ। ਸੋ ਇੱਕ ਸਵਾਲ ਹੈ ਜਿਹੜਾ ਉਹ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ
ਕਿ ਜੀਵਨ ਦਾ ਜਿਹੜਾ ਇਹ ਮਾਡਲ ਹੈ ਕੀ ਇਹ ਸਹੀ ਹੈ ਜਾਂ ਇਸ ਨੂੰ ਬਦਲਣ ਦੀ ਲੋੜ ਹੈ। ਇਸ ਦੀ ਚਿੰਗਾੜੀ ਤੁਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਸਾਨ ਸੰਘਰਸ਼ ਦੇ ਰੂਪ ਵਿੱਚ ਵੀ ਦੇਖ ਸਕਦੇ ਹੋ, ਤੇ ਹੋਰ ਮੁਲਕਾਂ ਦੇ ਵਿੱਚ ਵੀ ਦੇਖ ਸਕਦੇ ਹੋ। ਤੋਂ ਜਿਹੜੀ ਹੌਲੀ ਹੌਲੀ ਸੁਲਗ ਰਹੀ ਹੈ, ਤੇ ਜਿਹੜਾ ਅਮੀਰੀ ਤੇ ਗਰੀਬੀ ਦਾ ਪਾੜਾ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸੋ ਇਹ ਦੋਸਤੋ ਤੁਹਾਨੂੰ ਵੀ ਇੱਕ ਸਵਾਲ ਹੈ, ਤੇ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਜੀਵਨ ਦਾ ਮਾਡਲ ਹੈ ਜੋ ਸਾਨੂੰ ਹੁਣ ਦਿੱਤਾ ਗਿਆ ਹੈ, ਤੋ ਜਾਂ ਕਾਰਪੋਰੇਸ਼ਨਾਂ ਜਿਸ ਤਰ੍ਹਾਂ ਪੂਰੀ ਜਿਹੜੀ ਗਲੋਬ ਹੈ ਉਸ ਨੂੰ ਕੰਟਰੋਲ ਕਰ ਰਹੀਆਂ ਨੇ, ਤੇ ਸਾਨੂੰ ਇਸ ਤਰ੍ਹਾਂ ਦਾ ਗਲੋਬਲ ਵਿਲੇਜ ਦਾ ਇੱਕ ਨਾਅਰਾ ਦੇ ਕੇ ਹਰ ਬੰਦੇ ਨੂੰ ਇੱਕ ਮੰਡੀ ਦੀ ਵਸਤੂ ਬਣਾ ਦਿੱਤਾ ਗਿਆ ਹੈ। ਸੋ ਕਿਸ ਤਰ੍ਹਾਂ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਸੋਸ਼ਲ ਮੀਡੀਆ ਰਾਹੀਂ, ਟੈਲੀਵਿਜ਼ਨ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ। ਸੋ ਹੌਲੀ ਹੌਲੀ ਜਿਹੜਾ ਸਾਰਾ ਕੁਝ ਉਹ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ, ਤੇ ਜੋ ਸਾਡਾ ਜਿਹੜਾ ਸੰਤੁਲਿਤ ਜੀਵਨ ਸੀ ਉਹ ਅਸੀਂ ਗਵਾ ਰਹੇ ਹਾਂ, ਆਪਣੀਆਂ ਖੁਸ਼ੀਆਂ ਗਵਾ ਰਹੇ ਹਾਂ। ਤੇ ਇਹਦੇ ਬਾਰੇ ਤੁਸੀਂ ਜ਼ਰੂਰ ਮੈਨੂੰ ਮੈਸੇਜ ਕਰਕੇ ਦੱਸਿਓ ਕਿ ਤੁਸੀਂ ਇਸ ਜਿਹੜਾ ਜੀਵਨ ਦਾ ਮਾਡਲ ਹੈ ਇਸ ਨੂੰ ਪਸੰਦ ਕਰਦੇ ਹੋ, ਤੇ ਜਾਂ ਅਸੀਂ ਚਾਹੁੰਦੇ ਹਾਂ ਕਿ ਇਹਦਾ ਕੋਈ ਬਦਲ ਹੋਣਾ ਚਾਹੀਦਾ ਹੈ, ਤੇ ਜੇ ਬਦਲ ਹੋਣਾ ਚਾਹੀਦਾ ਹੈ ਤਾਂ ਉਹ ਕਿਹੋ ਜਿਹਾ ਬਦਲ ਹੋਣਾ ਚਾਹੀਦਾ ਹੈ। ਸੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਤੇ ਉਸ ਦੇ ਨਾਲ ਹੀ ਮੈਂ ਕੁਝ ਦੋਸਤਾਂ ਦਾ ਜਿਹੜਾ ਧੰਨਵਾਦ ਹੈ ਉਹ ਕਰਨਾ ਚਾਹੁੰਦਾ ਹਾਂ, ਜੋ ਸਾਨੂੰ ਸਾਰੇ ਪ੍ਰੋਗਰਾਮਾਂ ਨੂੰ ਦੇਖਣ ਤੋਂ ਬਾਅਦ ਆਪਣੀ ਕੀਮਤੀ ਰਾਏ ਭੇਜਦੇ ਨੇ। ਤਾਂ ਉਹਨਾਂ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਮੱਲੀ ਜੀ ਵੈਨਕੂਵਰ ਤੋਂ ਨੇ, ਵਿਰਾਸਤ ਫਾਊਂਡੇਸ਼ਨ ਵਾਲੇ। ਤਾਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਬਹੁਤ ਮਹਾਨ ਕੰਮ ਹੈ ਉਹ ਕਰਦੇ ਨੇ, ਜਿਹੜੇ ਜਿੰਨੀਆਂ ਉਹ ਖੋਜ ਕਰਦੇ ਨੇ, ਜਿਸ ਤਰ੍ਹਾਂ ਦੀਆਂ ਉਹ ਕਿਤਾਬਾਂ ਛਪਵਾ ਕੇ ਜਾਂ ਸੰਗੀਤਕ ਪ੍ਰੋਗਰਾਮ ਕਰਕੇ ਸਾਡੇ ਤੱਕ ਪਹੁੰਚਾਉਂਦੇ ਨੇ। ਤਾਂ ਉਹਨਾਂ ਦਾ ਕੰਮ ਬੜਾ ਹੀ ਸ਼ਲਾਘਾਯੋਗ ਹੈ। ਤਾਂ ਧੰਨਵਾਦ ਮੱਲੀ ਸਾਹਿਬ। ਸੋ ਇਸੇ ਤਰ੍ਹਾਂ ਹਰਜੀਤ ਦਿਓਲ ਸਾਹਿਬ, ਉਹ ਹਰ ਪ੍ਰੋਗਰਾਮ ਨੂੰ ਦੇਖਦੇ ਨੇ, ਹਰ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਕਮੈਂਟ ਭੇਜਦੇ ਨੇ, ਤੋਂ ਵਿਚਾਰ ਆਪਣੇ ਦਿੰਦੇ ਨੇ। ਸੋ ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਵਿਚਾਰਧਾਰਕ ਤੌਰ 'ਤੇ ਵਖਰੇਵਾਂ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਜਿਉਂਦੇ ਇਨਸਾਨਾਂ ਦੀ ਕਹਾਣੀ ਹੈ। ਤੇ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਹਦਾ ਕਿਸੇ ਨਾ ਕੋਈ ਵਿਚਾਰ ਵਟਾਂਦਰਾ ਨਹੀਂ ਰਹਿੰਦਾ। ਵਿਚਾਰਧਾਰਕ ਵਖਰੇਵਾਂ ਜ਼ਿੰਦਗੀ ਦੀ ਇੱਕ ਨਿਸ਼ਾਨੀ ਹੈ, ਜੀਂਦੇ ਹੋਣ ਦੀ ਨਿਸ਼ਾਨੀ ਹੈ, ਤੇ ਤੁਹਾਡੇ ਮਾਨਸਿਕ ਪੱਧਰ ਦੀ ਨਿਸ਼ਾਨੀ ਹੈ। ਸੋ ਜਿਵੇਂ ਮੈਂ ਇੱਥੇ ਦੇਖਿਆ ਕਿ ਇੱਥੇ ਅਸੀਂ ਕਈ ਵਾਰ ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਦੇ ਵਿੱਚ ਲੜਨ ਤੱਕ ਜਾਂਦੇ ਹਾਂ। ਜਿਵੇਂ ਹੁਣ ਇੱਥੇ ਸਾਡੇ ਅੰਟਾਰੀਓ ਦੇ ਵਿੱਚ ਹੀ ਕਿਸਾਨਾਂ ਨਾਲ ਸੰਬੰਧਿਤ ਰੈਲੀਆਂ ਹੁੰਦੀਆਂ ਨੇ, ਤੇ ਪਿਛਲੇ ਦਿਨੀ ਇਹ ਵੀ ਪਤਾ ਲੱਗਿਆ ਕਿ ਤਿਰੰਗਾ ਰੈਲੀਆਂ ਵੀ ਹੋ ਰਹੀਆਂ ਨੇ ਜੋ ਕਿ ਭਾਰਤ ਸਰਕਾਰ ਦੇ ਹੱਕ ਵਿੱਚ ਨੇ। ਤੇ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਛੋਟੀਆਂ ਬਹਿਸਾਂ ਨੂੰ ਲੈ ਕੇ ਲੜਾਈ ਕਰਨ ਤੱਕ ਚਲੇ ਜਾਂਦੇ ਹਾਂ। ਤਾਂ ਮੈਂ ਨਹੀਂ ਸਮਝਦਾ, ਹਰ ਬੰਦੇ ਨੂੰ ਜਿਹੜੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ। ਤਾਂ ਸਾਨੂੰ ਵਿਚਾਰ ਵਟਾਂਦਰੇ ਨਾਲ ਨੇ ਜਿਹੜੇ ਉਹ ਮਸਲੇ ਹੱਲ ਕਰਨੇ ਚਾਹੀਦੇ ਨੇ, ਇੱਕ ਦੂਜੇ ਨੂੰ ਸਮਝਣਾ ਚਾਹੀਦਾ। ਤਾਂ ਸਾਡੇ ਵਿੱਚ ਇੰਨੀ ਕੁ ਸਮਰੱਥਾ ਹੋਣੀ ਚਾਹੀਦੀ ਹੈ ਕਿ ਅਸੀਂ ਵਿਰੋਧੀ ਦੇ ਵਿਚਾਰ ਵੀ ਸੁਣ ਸਕੀਏ। ਜੇ ਅਸੀਂ ਵਿਰੋਧੀ ਵਿਚਾਰਾਂ ਨੂੰ ਨਹੀਂ ਸੁਣ ਸਕਦੇ ਤੇ ਲੜਨ ਲਈ ਤਿਆਰ ਹੋ ਜਾਂਦੇ ਹਾਂ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਵਿੱਚ ਕਮਜ਼ੋਰੀ ਹੈ ਤੇ ਅਸੀਂ ਦਲੀਲ ਨਾਲ ਗੱਲ ਕਰਨ ਦੇ ਅਜੇ ਕਾਬਿਲ ਨਹੀਂ ਹਾਂ। ਸੋ ਦੋਸਤੋ, ਇਸੇ ਪ੍ਰਕਾਰ ਸਾਨੂੰ ਹਿੰਮਤ ਸਿੰਘ ਕੈਲੀਫੋਰਨੀਆ ਤੋਂ ਫੋਨ ਕਰਦੇ ਨੇ, ਸੁਖਵਿੰਦਰ ਸਿੰਘ ਬਟਾਲ ਆਸਟ੍ਰੇਲੀਆ ਤੋਂ, ਬਲਬੀਰ ਕੌਰ ਸੰਘੇੜਾ ਜੀ ਸਾਡੇ ਇੱਥੋਂ ਦੇ ਲੇਖਕ ਨੇ, ਉਹ ਵੀ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਸੁਨੇਹੇ ਭੇਜਦੇ ਨੇ ਤੇ ਸ਼ਲਾਘਾ ਕਰਦੇ ਨੇ। ਸੋ ਮੈਂ ਇੱਕ ਹੋਰ ਧੰਨਵਾਦ ਕਰਨਾ ਚਾਹੁੰਦਾ, ਤਾਂ ਉਹ ਹੈ ਤ੍ਰਿਮਨ ਮੰਗੜ ਦਾ, ਜੋ ਪ੍ਰੋਗਰਾਮ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾਉਂਦਾ ਹੈ। ਤਾਂ ਤ੍ਰਿਮਨ ਮੰਗੜ ਦਾ ਪਿਛਲੇ ਦਿਨੀ ਜਨਮ ਦਿਨ ਸੀ, ਤੇ ਤੁਸੀਂ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ। ਤਾਂ ਅਸੀਂ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਤੇ ਕਾਮਨਾ ਕਰਦੇ ਹਾਂ ਕਿ ਨੌਜਵਾਨ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਤੇ ਇਸੇ ਤਰ੍ਹਾਂ ਅੱਗੇ ਵੱਧਦਾ ਰਹੇ। ਸੋ ਦੋਸਤੋ, ਇਸ ਦੇ ਨਾਲ ਹੀ ਗੱਲਾਂ ਤਾਂ ਹੋਰ ਨੇ ਬਹੁਤ ਕਰਨ ਵਾਲੀਆਂ, ਲੇਕਿਨ ਆਪਾਂ ਨਹੀਂ ਚਾਹੁੰਦੇ ਕਿ ਜਿਹੜਾ ਪ੍ਰੋਗਰਾਮ ਹੈ ਉਸ ਦਾ ਵਕਤ ਹੈ ਜਿਹੜਾ ਉਹ ਬਹੁਤ ਲੰਬਾ ਚੱਲਿਆ ਜਾਵੇ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ। ਸੋ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਪਸੰਦ ਕਰੋ, ਤੇ ਕੋਈ ਵੀ ਸੁਝਾਅ ਹੈ ਸਾਡੇ ਤੱਕ ਜ਼ਰੂਰ ਪੁੱਜਦਾ ਕਰੋ। ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਨੂੰ ਟਰੈਵਲ ਵੀ ਦਿਖਾਵਾਂਗੇ। ਕੁਝ ਟਰੈਵਲ ਅਸੀਂ ਜਿਹੜੇ ਹੈਗੇ ਨੇ, ਭਾਵੇਂ ਹਾਲਾਤ ਠੀਕ ਨਹੀਂ, ਲੇਕਿਨ ਜਿਹੜਾ ਲੋਕਲ ਏਰੀਆ ਹੈ ਉੱਥੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕੈਨੇਡਾ ਸੰਬੰਧੀ ਜਾਣਕਾਰੀ ਦਿੱਤੀ ਜਾਵੇ। ਤਾਂ ਇਸ ਦੇ ਨਾਲ ਕਹਾਣੀਆਂ ਨੇ ਜਿਹੜੀਆਂ, ਕੁਝ ਖਾਸ ਤੌਰ 'ਤੇ ਮੇਰੀਆਂ ਕਹਾਣੀਆਂ, ਉਹ ਰਿਕਾਰਡ ਕੀਤੀਆਂ ਗਈਆਂ ਨੇ। ਸੋ ਜਿਹੜੇ ਬੰਦੇ ਪੰਜਾਬੀ ਜਾਂ ਗੁਰਮੁਖੀ ਲਿਪੀ ਨਹੀਂ ਪੜ੍ਹਨਾ ਜਾਣਦੇ ਤਾਂ ਸਮਝ ਸਕਦੇ ਨੇ, ਤਾਂ ਉਹ ਵੀ ਮੈਨੂੰ ਫੋਨ ਕਰਕੇ ਦੱਸਣ ਕਿ ਉਹ ਅਗਰ ਕਹਾਣੀਆਂ ਸੁਣਨੀਆਂ ਚਾਹੁੰਦੇ ਨੇ। ਤਾਂ ਮੈਂ ਆਪਣੀ ਪਹਿਲੀ ਪੁਸਤਕ ਦੇ ਵਿੱਚੋਂ ਕੁਝ ਕਹਾਣੀਆਂ ਰਿਕਾਰਡ ਕੀਤੀਆਂ ਨੇ, ਤਾਂ ਮੈਂ ਉਹਨਾਂ ਨੂੰ ਭੇਜ ਸਕਦਾ ਹਾਂ।
ਤੇ ਜਾਂ ਫਿਰ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ YouTube ਤੇ ਇਹ ਕਹਾਣੀਆਂ ਸੁਣ ਸਕੋਗੇ। ਤੇ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤਾਂ ਮੇਜਰ ਮੰਗਤ ਨੂੰ ਦਿਓ ਫਿਰ ਆਗਿਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।